मेर करो तृण ते मोहे जाहे, गरीब नवाज न दूसर तो सो। पूल शिमो हमारी प्रभु आपन, पूलनहार न कहूँ कौ मोसो। सेव करे तुमरी तिनके, शिन में तन लागत ताम परोसो। या कल में सब काल कृपान की, पारी पुजान को पहरी परोसो। या कल में सब काल कृपान की, पारी पुजान को पहरी परोसो। सतनाम श्री वाहिगुरु साहिब जी। पातशाही दसवीं, त्वै प्रसाद चलितर सौवा। रोपर रावर पेशवर पहारो, रघुकुल बीच अधिक उजियारो। चित्तर कुंवर रानी एकता के, रूपवती कौतुलना वाके। रोपर रावर पेशवर पहारो, रघुकुल बीच अधिक उजियारो। चित्तर कुंवर रानी एकता के, रूपवती कौतुलना वाके। तो गुरु प्यारी साध संगत जी, आप जी सरवण कर रहे हो तन तन साहिब श्री गुरु ग्रंथ साहिब महाराज सच्चे पातशाह जी की अपार रहमत बख्शिश के नाल श्री चरित्र उपाख्यान की लड़ीवार विचार। सो सतगुरु जी की अपार रहमत बख्शिश के नाल सो हुण तक जो 99 चरित्र हैं विचार सहत हो चुके ने। सो अज जो 100 नंबर चरित्र है उसकी विचार सतगुरु जी की कृपा बख्शिश दे नाल विचारन की कोशिश करनी है। तां ते गरीब नवाज पातशाह जी बचन फरमा रहे ने। रोपर रावर पेशवर पहारो, रघुकुल बीच अधिक उजियारो। सतगुरु जी बचन बख्शिश करते ने कि रोपड़ नां दे शहर विच रपेशवर नां दा एक बहुत वड्डा राजा सी, जो रघुकुल दे विचों सी। ते रघुकुल दे विच बहुत ही तेज प्रताप वाला मन्निया जांदा सी, बहुत तेज प्रतापी राजा सी। चित्तर कुंवर रानी एकता के, रूपवती कौतुलना वाके। उहदी एक रानी सी जिसदा नाम सी चित्तर कुमारी, जो इतनी सुंदर सी कि उहदे बराबर होर कोई भी सुंदर नहीं सी। आसे पासे उहदी सुंदरता दे तुल कोई भी स्त्री नहीं सी। दानव एक लंक ते आयो, ताको रूप हेरियो रजायो। ते लंका तो एक राक्षस आया ते जिहड़ा के उस रुपेश्वर राजे दी रानी चित्तर कुमारी दी सुंदरता नूं वेख करके उहदे विच ही उलझ गया, फस गया। मन में अदक रीझ कर गयो, ताको लगा न तज तह दयो। ते ओह जिहड़ा राक्षस सी मन दे विच बड़ा परेशान होया। उहने सोचिया कि हुण मैं इस रानी तो बगैर रह नहीं सकदा। उसनूं इउं लग्या कि जेकर मैं इसनूं छड्ड के जांदा हां तां मेरे प्राण निकल जावणगे, मैं इह तों बगैर रह नहीं सकदा, जिंदा नहीं रह सकदा। तो उसने की कीता कि ਉਹ ਉਸੇ ਰਾਜੇ ਦੇ ਮਹਿਲ ਦੇ ਵਿੱਚ ਹੀ ਰਹਿਣ ਲੱਗ ਪਿਆ। तब ਤਿੰਨ ਮੰਤਰੀ ਅਦਕ ਬੁਲਾਏ, ਅਨਕ ਭਾਂति ਉਪਚਾਰ कराए। ਤੇ ਇਹ ਸਾਰਾ ਕੁਝ ਵੇਖ ਕਰਕੇ ਰਾਜਾ ਬਹੁਤ ਮੁਸ਼ਕਲ ਦੇ ਵਿੱਚ ਫਸ ਗਿਆ, ਕਿਉਂਕਿ ਉਹ ਹੈ ਵੀ ਰਾਖਸ਼ ਸੀ ਤੇ ਰਾਜਾ ਉਸ ਨੂੰ ਕੀ ਆਖ ਸਕਦਾ ਸੀ। ਤੇ ਇਸ ਕਰਕੇ ਰਾਜੇ ਨੇ ਸੋਚਿਆ ਕੋਈ ਨਾ ਕੋਈ ਉਪਾਅ ਕੀਤਾ ਜਾਵੇ ਕਿ ਇਹਨੂੰ ਬਾਹਰ ਇੱਥੋਂ ਕੱਢਿਆ ਜਾਵੇ। ਇਹ ਤਾਂ ਇੱਥੇ ਡੇਰਾ ਜਮਾ ਕਰਕੇ ਬੈਠ ਗਿਆ ਹੈ ਤੇ ਉੱਤੋਂ ਮੇਰੀ ਰਾਣੀ ਉੱਪਰ ਇਉਂ ਡੋਰੇ ਪਾਉਂਦਾ ਰਹਿੰਦਾ ਹੈ ਕਿ ਉਹਦੇ ਵੱਲ
ਭੱਦੀ ਨਿਗਾਹ ਦੇ ਨਾਲ ਤੱਕਦਾ ਹੈ, ਉਹਦੇ ਪਿੱਛੇ ਲੱਗਾ ਹੋਇਆ ਏ। ਉਹਦਾ ਬਚਾਅ ਕਰਨ ਵਾਸਤੇ, ਆਪਣੇ ਆਪ ਦਾ ਬਚਾਅ ਕਰਨ ਵਾਸਤੇ ਰਾਜੇ ਨੇ ਆਖਰ ਆਪਣੇ ਪਾਸ ਕਾਫੀ ਮੰਤਰੀ ਬੁਲਾਏ ਤੇ ਅਨੇਕਾਂ ਪ੍ਰਕਾਰ ਦੀਆਂ ਸਲਾਹਾਂ ਕੀਤੀਆਂ ਹਨ। ਤਹਾਂ ਏਕ ਮੁੱਲਾ ਚਲੇ ਆਇਓ, ਆਨੇ ਆਪਣਾ ਓਜ ਜਨਾਇਓ। ਤੇ ਆਖਿਰ ਅਨੇਕਾਂ ਪ੍ਰਕਾਰ ਦੀਆਂ ਸਲਾਹਾਂ ਕਰਨ ਤੋਂ ਬਾਅਦ ਇੱਕ ਮੌਲਵੀ ਨੂੰ ਉੱਥੇ ਬੁਲਾਇਆ ਗਿਆ ਤੇ ਉਸ ਮੌਲਵੀ ਨੇ ਵੀ ਆ ਕੇ ਆਪਣਾ ਜ਼ੋਰ ਲਗਾਇਆ। ਤਬ ਤਿਨ ਘਾਤ ਦਾਨ ਵਹਿ ਪਾਇਓ, ਏਕ ਹਾਥ ਸੋ ਮਹਿਲ ਉਚਾਇਓ। ਰਾਖਸ਼ ਨੂੰ ਪਤਾ ਲੱਗਾ ਕਿ ਮੈਨੂੰ ਤੋਂ ਭਜਾਉਣ ਵਾਸਤੇ ਇਹਨਾਂ ਨੇ ਇੱਕ ਮੌਲਵੀ ਨੂੰ ਬੁਲਾਇਆ ਹੈ, ਪ੍ਰਚਾਰ ਕਰਨ ਵਾਸਤੇ ਕੋਈ ਨਾ ਕੋਈ ਇਹ ਉਪਾਅ ਕਰੇਗਾ ਤੇ ਮੈਂ ਇੱਥੋਂ ਚਲਿਆ ਜਾਵਾਂਗਾ। ਤਦ ਰਾਖਸ਼ ਨੇ ਗੁੱਸੇ ਵਿੱਚ ਆ ਕਰਕੇ ਕੀ ਕੀਤਾ ਕਿ ਇੱਕ ਆਪਣੇ ਹੱਥ ਦੇ ਨਾਲ ਹੀ ਮਹਿਲ ਨੂੰ ਚੁੱਕ ਲਿਆ। ਦੁਤੀਏ ਹਾਥ ਤਾ ਕੋ ਗਹਿ ਲੀਨੋ, ਤਵ ਨਿਸ਼ਾਤ ਭੀਤਰ ਧਰ ਦੀਨੋ। ਤੇ ਦੂਸਰੇ ਹੱਥ ਦੇ ਨਾਲ ਉਸ ਮੌਲਵੀ ਨੂੰ ਫੜ ਕੇ ਮਹਿਲ ਦੀ ਛੱਤ ਦੇ ਅੰਦਰ ਰੱਖ ਦਿੱਤਾ। ਦੋਹਰਾ ਧਰਿਓ ਥਮ ਉੱਪਰ, ਤਿਸੈ ਇੱਕ ਕਰ ਛਾਤ ਉਠਾਏ। ਉਸਨੇ ਕੀ ਕੀਤਾ, ਉਸ ਰਾਖਸ਼ ਨੇ ਕੀ ਕੀਤਾ ਕਿ ਆਪਣੇ ਇੱਕ ਹੱਥ ਨਾਲ ਮਹਿਲ ਦੀ ਛੱਤ ਨੂੰ ਉੱਚਾ ਚੁੱਕਿਆ। ਮਾਰ ਮਲਾਨਾ ਕੋ ਦਇਓ ਜਮ ਕੇ ਤਹਮ ਪਠਾਏ। ਰਾਖਸ਼ ਨੇ ਇੱਕ ਆਪਣੇ ਹੱਥ ਦੇ ਨਾਲ ਮਹਿਲ ਦੀ ਛੱਤ ਨੂੰ ਉਤਾਂਹ ਚੁੱਕਿਆ ਤੇ ਉਸ ਮੌਲਵੀ ਨੂੰ ਛੱਤ ਨੂੰ ਉਤਾਂਹ ਚੁੱਕ ਕੇ ਥੰਮ ਦੇ ਉੱਪਰ ਰੱਖ ਦਿੱਤਾ ਤੇ ਥੰਮ ਦੇ ਉੱਤੇ ਰੱਖ ਕਰਕੇ ਫਿਰ ਛੱਤ ਨੂੰ ਥੰਮਾਂ ਉੱਪਰ ਹੀ ਟਿਕਾ ਦਿੱਤਾ, ਜਿਸ ਕਰਕੇ ਮੌਲਵੀ ਜਿਹੜਾ ਸੀ ਛੱਤ ਦੇ ਭਾਰ ਹੇਠਾਂ ਆ ਕਰਕੇ ਹੀ ਮਰ ਗਿਆ। ਇਹਦਾ ਸਾਹ ਕੁੱਟਿਆ ਗਿਆ ਤੇ ਜਮ ਲੋਕ ਨੂੰ ਪਹੁੰਚ ਗਿਆ। ਚਾਉ ਪਈ ਤਹ ਇੱਕ ਔਰ ਮਲਾਨੋ ਆਇਓ, ਸੋ ਪਕੜ ਟਾਂਗ ਪਟਕਾਇਓ। ਫਿਰ ਇੱਕ ਹੋਰ ਮੌਲਵੀ ਆਇਆ ਹੈ, ਇੱਕ ਹੋਰ ਮੌਲਵੀ ਨੂੰ ਬੁਲਾਇਆ ਗਿਆ। ਰਾਜੇ ਨੇ ਬੁਲਾਇਆ ਕਿ ਕੋਈ ਨਾ ਕੋਈ ਆ ਕੇ ਤੇ ਉਹ ਉਪਾਅ ਕਰੇ ਤਾਂ ਕਿ ਸਾਡਾ ਇਸ ਤੋਂ ਖਹਿੜਾ ਛੁੱਟ ਸਕੇ। ਤਾਂ ਉਸ ਵੇਲੇ ਵੀ ਉਸ ਰਾਖਸ਼ ਨੇ ਕੀ ਕੀਤਾ ਕਿ ਉਸ ਮੌਲਵੀ ਨੂੰ ਲੱਤਾਂ ਤੋਂ ਪਕੜ ਕਰਕੇ ਪਟਕਾ ਕੇ ਮਾਰ ਦਿੱਤਾ ਹੈ। ਤੀਜੋ ਔਰ ਆਏ ਤਹ ਗਇਓ, ਸੋ ਉਡਾਰ ਨਦੀ ਮੈਂ ਦਇਓ। ਤੀਸਰਾ ਇੱਕ ਹੋਰ ਦੋ ਇਸ ਪ੍ਰਕਾਰ ਮੌਲਵੀ ਮਰ ਗਏ, ਦੋਵਾਂ ਨੂੰ ਮਾਰ ਸੁੱਟਿਆ ਉਸ ਰਾਖਸ਼ ਨੇ, ਪਰ ਕਿਸੇ ਦੇ ਉਪਾਅ ਕਰਕੇ ਵੀ ਉਹ ਟਲਿਆ ਨਹੀਂ, ਉਹ ਡਰਿਆ ਨਹੀਂ। ਇੱਕ ਹੋਰ ਮੌਲਵੀ ਚੱਲ ਕੇ ਆਇਆ ਤਾਂ ਉਸ ਨੂੰ ਰਾਖਸ਼ ਨੇ ਆਪਣੇ ਹੱਥ ਨਾਲ ਫੜ ਕਰਕੇ ਨਦੀ ਦੇ ਵਿੱਚ ਵਗਾ ਕੇ ਮਾਰਿਆ ਤੇ ਖਤਮ ਕਰ ਦਿੱਤਾ। ਤਬ ਇੱਕ ਤ੍ਰਿਆ ਤਹਾਂ ਚਲੇ ਆਈ, ਭਾਂਤ ਭਾਂਤ ਤਿਹ ਕਰੀ ਬੜਾਈ। ਫਿਰ ਆਖਰ ਰਾਜੇ ਨੂੰ ਇੱਕ ਐਸੀ ਇਸਤਰੀ ਮਿਲੀ ਜਿਸਨੇ ਰਾਜੇ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਰਾਖਸ਼ ਨੂੰ ਖਤਮ ਕਰ ਦੇਵੇਗੀ। ਉਸ ਇਸਤਰੀ ਨੇ ਰਾਖਸ਼ ਦੇ ਕੋਲ ਆ ਕਰਕੇ ਪਹਿਲਾਂ ਤਾਂ ਉਸ ਰਾਖਸ਼ ਦੀ ਬੜੀ ਪ੍ਰਸੰਨਤਾ ਕੀਤੀ, ਬੜੀ ਉਹਦੀ ਪ੍ਰਸ਼ੰਸਾ ਕੀਤੀ, ਉਹਨੂੰ ਖੁਸ਼ ਕੀਤਾ ਤੇ ਬਿਲਕੁਲ ਵੀ ਇਹ ਮਹਿਸੂਸ ਨਾ ਹੋਣ ਦਿੱਤਾ ਕਿ ਉਹ ਉਸ ਨੂੰ ਖਤਮ ਕਰਨ ਵਾਸਤੇ ਆਈ ਹੋਈ ਹੈ। ਲਹਿਜ ਪਹਿਜ ਬਹੁ ਤਾਹੇ ਖਵਾਇਓ, ਮਦਰੋ ਪਿਆਏ ਤਾਹੇ ਰਜਾਵਾਇਓ। ਉਸਨੇ ਰਾਖਸ਼ ਦੇ ਕੋਲ ਰਹਿ ਕਰਕੇ ਅਨੇਕਾਂ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਤੇ ਸ਼ਰਾਬ ਪਿਆ ਕਰਕੇ ਉਸ ਰਾਖਸ਼ ਨੂੰ ਬਹੁਤ ਖੁਸ਼ ਕੀਤਾ ਅਤੇ ਉਹਦਾ ਵਿਸ਼ਵਾਸ ਆਪਣੇ ਪ੍ਰਤੀ ਜਿੱਤ ਲਿਆ। ਤਾ ਕੇ ਨਿਤ ਬਹਾਰੀ ਦੇਵੈ, ਤਾ ਕੋ ਚਿੱਤ ਚੁਰਾਇ ਕੈ ਲੇਵੈ। ਤੇ ਉਹ ਨਿਤ ਹੀ ਜਿਹੜੀ ਉਹ ਇਸਤਰੀ ਸੀ ਉਸ ਰਾਖਸ਼ ਦੇ ਕੋਲ ਰਹਿੰਦੀ ਸੀ, ਉਹਦੇ ਆਸੇ ਪਾਸੇ ਝਾੜੂ ਲਗਾ ਦਿੰਦੀ ਸੀ, ਜੋ ਵੀ ਉਹ ਆਖਦਾ ਸੀ ਉਹਦੇ ਮਨ ਨੂੰ ਖੁਸ਼ ਕਰਨ ਵਾਸਤੇ ਉਹੀ ਕੰਮ ਕਰਦੀ ਸੀ ਤਾਂ ਕਿ ਜੋ ਰਾਖਸ਼ ਹੈ ਮੇਰੇ ਉੱਪਰ ਵਿਸ਼ਵਾਸ ਕਰਨ ਲੱਗ ਜਾਵੇ। ਇੱਕ ਦਿਨ ਹੋਏ ਬਿਮਨ ਸੀ ਰਹੀ, ਤਬ ਐਸੇ ਦਾਨੋ ਤਿਨ ਕਹੀ। ਫਿਰ ਇੱਕ ਦਿਨ ਉਹ ਬਹੁਤ ਦੁਖੀ ਜਿਹੀ ਹੋ ਕੇ ਬੈਠੀ ਹੋਈ ਸੀ ਤਾਂ ਰਾਖਸ਼ ਨੇ ਵੇਖਿਆ ਕਿ ਇਹ ਤਾਂ ਹਰ ਰੋਜ਼ ਹੀ ਮੈਨੂੰ ਖੁਸ਼ ਕਰਨ ਵਾਸਤੇ ਕੁਝ ਨਾ ਕੁਝ ਕਰਦੀ ਰਹਿੰਦੀ ਸੀ, ਪਰ ਅੱਜ ਤਾਂ ਇਹ ਆਪ ਦੁਖੀ ਹੋ ਕੇ ਬੈਠੀ ਹੋਈ ਹੈ। ਖਾਤ ਪੀਤ ਹਮਰੋ ਤੂੰ ਨਾਹੀ, ਸੇਵਾ ਕਰਤ ਰਹਿਤ ਗ੍ਰਹਿ ਮਾਹੀ। ਰਾਖਸ਼ ਆਖਣ ਲੱਗਾ ਕਿ ਤੂੰ ਮੇਰੇ ਕੋਲ ਇੱਥੇ ਰਹਿੰਦੀ ਹੈ, ਸਾਰਾ ਕੰਮ ਕਾਰ ਕਰਦੀ ਹੈ, ਪਰ ਮੇਰੇ ਕੋਲ ਤਾਂ ਕੁਝ ਲੈਂਦੀ ਵੀ ਨਹੀਂ, ਨਾ ਹੀ ਕੁਝ ਮੇਰਾ ਖਾਣੀ ਪੀਣੀ ਹੈ, ਸਗੋਂ ਮੇਰੇ ਘਰ ਦੇ ਵਿੱਚ ਰੋਜ਼ ਹੀ
सेवा करदी रहनी है, सारी साफ सफाई करदी है, काम सारे करदी है। अदक रीज निष्ठर है उचारो, देओ वह जो हृदय बचारो। राक्षस आखन लगा, तू दुखी ना हो, तू जो भी मैथों मंगेगी, जो तेरे मन दे विच हो सोचेगी, मैं उही तेनू दे देवांगा, तू मंग तां सही। जब दो तीन बार तिन कहे हो, तापै अदक रीच कह रहे हो। ते ਉਹ ਇਸਤਰੀ आखन लगी कि नहीं, तुसी मेरा दुख दूर नहीं कर सकते हो, तो मैं दुखी होके बैठी रही। राक्षस दो तीन बारी खुश हो के उन्हें आख्या कि तू मंगता सही। तो आखिर इस्त्री ने अगों कहे असुर लागियो एक त्रिया को, सकै दूर कर तू नह ताको। पर वो इस्त्री ने आखिर यही जवाब दिता कि तुसी मेरा दुख जिहड़ा है जो मैनूं लगा होया है, ਉਹਨੂੰ ਤੁਸੀਂ ਮੇਰੇ दुख तकलीफ ਨੂੰ दूर कर ही नहीं सकते हो। राक्षस ने बहुत जोर लगाया, बार बार उसनूं आख्या तू मेरे कोलों कुछ मंग, मैं तेरी ਉਹੀ मंग पूरी करांगा, तू मंग तां सही। तब तिन जंतर तुरत लिख लीनो, लै ताको कर पीतर दीनो। आखिर उसने की कीता, जो वो राक्षस सी उसने सोचा कि ये तो मेरे कोलों कुछ मंग नहीं रही। उसने ਉਹਨੂੰ दुखी ਵੇਖਣਾ नहीं ਚਾਹੁੰਦਾ। काफ़ी दिन तो ਉਹਦੇ ਕੋਲ ਰਹਿ ਕੇ ਉਹਦੀ सेवा करती सी, मनपसंद काम करती सी, ਉਹਨੂੰ खुश रखती सी। ਤੇ ਉਸਨੇ सोचा कि इन्हें मेरे वास्ते ना कुछ कीता है, वो भी बिना किसी स्वार्थ दे, ਤੇ आखिर मैं ਉਹਨੂੰ दुखी नहीं ਵੇਖ सकदा। ਉਸਨੇ ਉਹਨੂੰ खुश ਕਰਨ वास्ते एक कागज़ लै करके मंत्र लिख दिता, ਉਹਦੇ हथ विच फड़ाया। जाको तू एक बार दिखै है, जर बर ढेर पसम सो हवा है। राक्षस आखन लगा कि ये मंत्र है, ये मंत्र जिसनों तू एक बारी दिखा देवेंगी, जिस भी किसी इंसान नूं किसी नूं भी मंत्र तू विखा देवेंगी तो वह उस वेले इस मंत्र नूं वेखदियां सार ही भस्म हो जाएगा। ताकै करते जंतर लिखायो, लै कर मैं तह को दिखर आयो। तो उस स्त्री ने वो मंत्र जो उसने लिखिया होया सी अपने हाथ विच फड़िया ते अपने हाथ विच लै करके उस राक्षस नूं ही आकर विखा दिता। जब सो जंतर दानो लख लियो, जो जर ढेर पसम हवै गयो। जिस वेले राक्षस ने उस जो जंतर लिखिया होया सी, मंत्र जो लिखिया होया सी कागज़ दे उपर उसने वेख लिया, तो उसनूं वेखदियां सार ही जिहड़ा वो राक्षस सी उत्थे ही सड़ के सुआह हो गया। दोहरा देवराज हृदय तको, जीत सकत नह जाए। साहब जी आकर बचन बख्शिश करते ने कि वड्डे वड्डे राजे मौलवी अनेकां प्रकार की कोशिशां करन दे बावजूद भी उस राक्षस नूं जित ना सके, खत्म ना कर सके। सो अबला यह छल पहे, जमपुर दयो पठाए। ते वो आखिर जिस स्त्री नूं एक अबला करके जानिया जाता है, उस स्त्री ने ही उस राक्षस नूं बिध बना करके विधि दे नाल खत्म करके जम लोक पहुंचा दिता है। सो इस प्रकार चरित्र की समाप्ति करते हुए सतगुरु जी बचन करते हैं, इत श्री चरित्र पखियाने त्रेया चरित्र मंत्री संवादे 100वां चरित्र समाप्तम सत शुभम सत अफजू। सतगुरु जी बचन बख्शिश करते हैं इस प्रकार श्री चरित्र पाख्यान दे त्रेया चरित्र दा मंत्री दी आपसी वार्तालाप दा जो 100 नंबर चरित्र है शुभ संपूर्ण हुंदा है। सो गुरु प्यारी साध संगत जीओ, यह सी श्री चरित्र पाख्यान दे त्रेया चरित्र दा 100 नंबर चरित्र जिसकी विचार आप जी ने सरवण की है ਅਤੇ सतगुरु जी ने आप कृपा करके जिसकी विचार करवाई है। सो प्यारी साध संगत जी, इस चरित्र दे विच सतगुरु महाराज जी ने एक इस्त्री दी सियाणप जड़ी है, दिमाग तीखण बुद्धि जड़ी है वो दर्शाई है कि जिस इस्त्री नूं लोग आखते हैं कि ये अबला है, कमज़ोर है, पर देखो कि उस इस्त्री ने कितना वड्डा अपना दिमाग ला करके कितना वड्डा कार्य किया। जिस राक्षस नूं राजा न जित सकिया, जो इन्ना तेज प्रतापी सी, मौलवी जो अनेक प्रकार के उपाय करने वाले सन, वो ना किसी तरह का उपाय करके उस राक्षस नूं डरा ना सके, भजा ना सके। आखिर उस एक इस्त्री ने ही जो अबला कही जाती है
ਉਸ ਇਸਤਰੀ ਨੇ ਇਉਂ ਵਿਧੀ ਬਣਾ ਕਰਕੇ ਤੇ ਉਸ ਰਾਖਸ਼ ਨੂੰ ਜਮਲੋਕ ਪਹੁੰਚਾਇਆ ਤੇ ਉਸ ਰਾਣੀ ਦਾ ਤੇ ਰਾਜੇ ਦਾ ਉਸ ਦੈਂਤ ਦੇ ਕੋਲੋਂ ਖਹਿੜਾ ਛੁਡਵਾਇਆ। ਸੋ ਕਹਿਣ ਤੋਂ ਭਾਵ ਕਿ ਸਤਿਗੁਰੂ ਮਹਾਰਾਜ ਜੀ ਨੇ ਜਿੱਥੇ ਚਰਿੱਤਰ ਇਸਤਰੀਆਂ ਦੇ ਜੋ ਕਿ ਆਪਣੇ ਧਰਮ ਤੋਂ ਉਲਟ ਹੋ ਕੇ ਚੱਲਦੀਆਂ ਹਨ, ਆਪਣੇ ਧਰਮ ਦੇ ਪਤੀ ਨਾਲ ਛਲ ਕਪਟ ਕਰਦੀਆਂ ਹਨ, ਆਪਣਾ ਜੀਵਨ ਮਲੀਨ ਤੇ ਅਪਵਿੱਤਰ ਬਣਾ ਲੈਂਦੀਆਂ ਹਨ, ਧੋਖੇ ਕਰਦੀਆਂ ਹਨ, ਛਲ ਕਪਟ ਕਰਦੀਆਂ ਹਨ, ਜਿੱਥੇ ਐਸੀਆਂ ਔਰਤਾਂ ਦੇ ਪ੍ਰਸੰਗ ਜਿਹੜੇ ਹਨ ਗੁਰੂ ਸਾਹਿਬ ਜੀ ਨੇ ਖੋਲ ਕੇ ਦੱਸੇ ਹਨ। ਜਿਵੇਂ ਗੁਰਬਾਣੀ ਵਿੱਚ ਫਰਮਾਨ ਹੈ ਕਿ ਮਨਮੁਖ ਮੈਲੀ ਕਾਮਣੀ ਕੋ ਲਖਣੀ ਕੋ ਨਾਰ, ਫਿਰ ਘਰ ਛੋੜਿਆ ਆਪਣਾ ਪਰ ਪੁਰਖਿਆਂ ਨਾਲ ਪਿਆਰ। ਉੱਥੇ ਸਤਿਗੁਰੂ ਮਹਾਰਾਜ ਨਾਲ ਇਹ ਵੀ ਬਚਨ ਆਉਂਦੇ ਹਨ ਕਿ ਸੋ ਕਿਉ ਮੰਦਾ ਆਖੀਐ ਜਿਤ ਜਮਹਿ ਰਾਜਾਨ, ਜਾਂ ਹੋਰ ਵੀ ਅਨੇਕਾਂ ਪ੍ਰਕਾਰ ਦੇ ਸ਼ਬਦ ਹਨ ਜਿਨ੍ਹਾਂ ਦੇ ਵਿੱਚ ਕਿ ਜੋ ਇੱਕ ਸੱਚੀ ਸਵਿੱਤਰੀ ਇਸਤਰੀ ਹੁੰਦੀ ਹੈ ਜੋ ਕਿ ਆਪਣੇ ਜੀਵਨ ਦੇ ਵਿੱਚ ਸੁਚੱਜੇ ਢੰਗ ਦੇ ਨਾਲ ਆਪਣਾ ਜੀਵਨ ਬਸਰ ਕਰਦੀ ਹੈ, ਉਸ ਇਸਤਰੀ ਦੀ ਗੁਰੂ ਮਹਾਰਾਜ ਜੀ ਨੇ ਸ਼ਲਾਘਾ ਵੀ ਕੀਤੀ ਹੈ, ਉਸ ਦੀ ਉਸਤਤ ਵੀ ਕੀਤੀ ਹੈ। ਸੋ ਕਹਿਣ ਤੋਂ ਭਾਵ ਕਿ ਜਿਹੜੇ ਇਹ ਨਿੰਦਕ ਲੋਕ ਹਨ ਇਹ ਇੱਕ ਪ੍ਰਕਾਰ ਦਾ ਸਵਾਲ ਖੜਾ ਕਰਦੇ ਨੇ ਕਿ ਚਰਿੱਤਰਾਂ ਦੇ ਵਿੱਚ ਔਰਤ ਨੂੰ ਨਿੰਦਿਆ ਗਿਆ ਹੈ, ਔਰਤ ਨੂੰ ਗਲਤ ਕਿਹਾ ਗਿਆ ਹੈ। ਅੱਜ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤਾਂ ਇਸਤਰੀਆਂ ਦੇ ਹੱਕ ਵਿੱਚ ਬੋਲਦੀ ਹੈ, ਪਰ ਉਹਨਾਂ ਮੂਰਖ ਲੋਕਾਂ ਨੂੰ ਇਹ ਨਹੀਂ ਪਤਾ ਕਿਉਂਕਿ ਜੇਕਰ ਚੰਗੀ ਤਰ੍ਹਾਂ ਬਰੀਕੀ ਨਾਲ ਗੁਰਬਾਣੀ ਨੂੰ ਵਿਚਾਰਿਆ ਹੋਵੇ ਤਾਂ ਹੀ ਇਸ ਗੱਲ ਦਾ ਪਤਾ ਚੱਲੇਗਾ ਕਿ ਜੇਕਰ ਮਹਾਰਾਜ ਜੀ ਨੇ ਇਸ ਬਚਨ ਆਖੇ ਹਨ ਕਿ ਸੋ ਕਿਉ ਮੰਦਾ ਆਖੀਐ ਜਿਤ ਜਮਹਿ ਰਾਜਾਨ, ਇਹ ਉਹਨਾਂ ਇਸਤਰੀਆਂ ਵਾਸਤੇ ਹਨ ਜੋ ਆਪਣੇ ਧਰਮ ਦੇ ਪ੍ਰਪੱਕ ਰਹਿੰਦੀਆਂ ਨੇ, ਜੋ ਆਪਣਾ ਜੀਵਨ ਗੁਰ ਸਿਧਾਂਤਾਂ ਉੱਤੇ ਪਹਿਰਾ ਦੇ ਕੇ ਸੱਚਾ ਸੁੱਚਾ ਬਣਾਉਂਦੀਆਂ ਨੇ, ਸੱਚਿਆਰਾ ਜੀਵਨ ਜਿਉਂਦੀਆਂ ਨੇ, ਉਹਨਾਂ ਇਸਤਰੀਆਂ ਨੂੰ ਗੁਰੂ ਮਹਾਰਾਜ ਜੀ ਨੇ ਧੰਨ ਆਖਿਆ ਹੈ। ਪਰ ਜਿਹੜੀਆਂ ਆਪਣੇ ਧਰਮ ਤੋਂ ਉਲਟਾ ਹੋ ਕੇ ਚੱਲਦੀਆਂ ਨੇ, ਅਪਵਿੱਤਰ ਜੀਵਨ ਵਾਲੀਆਂ ਹੁੰਦੀਆਂ ਨੇ, ਮਨ ਮੁਕਤਾਈ ਕਰਦੀਆਂ ਨੇ ਆਪਣੇ ਜੀਵਨ ਦੇ ਵਿੱਚ, ਉਹਨਾਂ ਨੂੰ ਗੁਰਬਾਣੀ ਅੰਦਰ ਫਟਕਾਰਿਆ ਵੀ ਹੈ। ਸੋ ਐਸੀਆਂ ਹੀ ਇਸਤਰੀਆਂ ਜੋ ਧਰਮ ਤੋਂ ਉਲਟ ਹੋ ਕੇ ਚੱਲਦੀਆਂ ਨੇ ਉਹਨਾਂ ਦੇ ਛਲ ਕਪਟ ਭਰੇ ਪ੍ਰਸੰਗ ਵੀ ਗੁਰੂ ਮਹਾਰਾਜ ਜੀ ਨੇ ਚਰਿਤ੍ਰੋਪਾਖਿਆਂ ਦੀ ਬਾਣੀ ਵਿੱਚ ਖੋਲ ਕੇ ਦੱਸੇ ਹਨ ਅਤੇ ਨਾਲ ਹੀ ਉਹਨਾਂ ਇਸਤਰੀਆਂ ਦੇ ਵੀ ਕਿ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਗੁਰਬਾਣੀ ਅੰਦਰ ਧੰਨ ਕਿਹਾ ਹੈ। ਸੋ ਅਨੇਕਾਂ ਹੀ ਅਸੀਂ ਹੁਣ ਤੱਕ 100 ਤੱਕ ਜੋ ਚਰਿੱਤਰ ਹੋਏ ਹਨ ਉਹਨਾਂ ਦੇ ਵਿੱਚ ਐਸੇ ਚਰਿੱਤਰ ਸਾਡੇ ਕੋਲ ਆਏ ਹਨ ਜਿਨ੍ਹਾਂ ਦੇ ਵਿੱਚ ਇਸਤਰੀ ਦੀ ਬਹਾਦਰੀ ਜਿਹੜੀ ਹੈ ਪ੍ਰਗਟਾਈ ਗਈ ਹੈ ਕਿ ਇਸਤਰੀਆਂ ਨੇ ਜੰਗ ਦੇ ਮੈਦਾਨ ਦੇ ਵਿੱਚ ਜਾ ਕਰਕੇ ਯੁੱਧ ਵੀ ਕੀਤੇ ਹਨ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ। ਫਿਰ ਹੋਰ ਵੀ ਅਨੇਕਾਂ ਤਰੀਕਿਆਂ ਨਾਲ ਜੇ ਉਹਨਾਂ ਉੱਪਰ ਕਿਤੇ ਮੁਸ਼ਕਲ ਆਣ ਬਣੀ ਹੈ ਤੇ ਮੁਸ਼ਕਲ ਤੋਂ ਘਬਰਾਈਆਂ ਨਹੀਂ, ਸਗੋਂ ਨਿਡਰਤਾ ਰੱਖ ਕਰਕੇ ਦਲੇਰੀ ਰੱਖ ਕਰਕੇ ਉਸ ਮੁਸ਼ਕਲ ਦਾ ਸਾਹਮਣਾ ਕੀਤਾ ਤੇ ਆਪਣੀ ਮੁਸ਼ਕਲ ਦੀ ਘੜੀ ਤੋਂ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਬਚਾਇਆ ਵੀ ਹੈ। ਇਸੇ ਪ੍ਰਕਾਰ ਇਹ ਚਰਿੱਤਰ ਵੀ ਹੈ ਜਿਸ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਕਿ ਇੱਕ ਐਸੀ ਇਸਤਰੀ ਜਿਸ ਨੂੰ ਆਮ ਲੋਕ ਆਖਦੇ ਹਨ ਕਿ ਇਹ ਅਬਲਾ ਹੈ, ਕਮਜ਼ੋਰ ਹੈ, ਬੇਸਹਾਰੀ ਹੈ, ਤੇ ਉਸ ਇਸਤਰੀ ਨੇ ਹੀ ਜੋ ਅਬਲਾ ਕਹੀ ਜਾਣ ਵਾਲੀ ਸੀ ਕਿ ਸੋ ਅਬਲਾ ਇਹ ਛਲ ਭਏ ਜੰਪਰ ਦਇਆ ਪਠਾਏ, ਮਹਾਰਾਜ ਨੇ ਬਚਨ ਬਖਸ਼ਿਸ਼ ਕੀਤੇ ਹਨ ਕਿ ਉਸ ਅਬਲਾ ਇਸਤਰੀ ਜੋ ਅਬਲਾ ਕਹੀ ਜਾਂਦੀ ਸੀ ਲੋਕਾਂ ਦੇ ਵਿੱਚ, ਉਸ ਇਸਤਰੀ ਵੇਖੋ ਕਿ ਆਪਣੇ ਦਿਮਾਗ ਨੂੰ ਵਰਤ ਕਰਕੇ, ਜਿਹੜੇ ਦਿਮਾਗ ਨੂੰ ਉਹ ਮੌਲਵੀ ਨਾ ਵਰਤ ਸਕੇ, ਜਿਸ ਦਿਮਾਗ ਨੂੰ ਰਾਜਾ ਨਾ ਵਰਤ ਸਕਿਆ ਜਾਂ ਹੋਰ ਅਨੇਕਾਂ ਪ੍ਰਕਾਰ ਦੇ ਰਾਜੇ ਦਿਮਾਗ ਵਰਤ ਕਰਕੇ ਉਸ ਰਾਖਸ਼ ਨੂੰ ਜਿੱਤ ਨਾ ਸਕੇ, ਉਹ ਐਸ ਔਰਤ ਨੇ ਇੱਕ ਇਸਤਰੀ ਨੇ ਆਪਣਾ ਦਿਮਾਗ ਵਰਤ ਕਰਕੇ ਇੱਕ ਵੱਡੇ ਤੋਂ ਵੱਡਾ ਰਾਖਸ਼ ਜਿਹੜਾ ਸੀ ਜਿਸ ਨੂੰ ਤਾਕਤ ਦੇ ਨਾਲ ਖਤਮ ਨਹੀਂ ਕੀਤਾ ਜਾ ਸਕਦਾ ਸੀ, ਉਸ ਨੂੰ ਦਿਮਾਗ ਦੇ ਨਾਲ ਖਤਮ ਕਰ ਦਿੱਤਾ। ਅਤੇ ਮਹਾਰਾਜ ਜੀ ਆਪਾਂ ਨੂੰ ਇਹ ਵੀ ਇਸ ਪ੍ਰਸੰਗ ਤੋਂ ਆਪਾਂ ਨੂੰ ਸਿੱਖਿਆ ਬਖਸ਼ਿਸ਼ ਕਰ ਰਹੇ ਹਨ ਕਿ ਜੇਕਰ ਕਿਤੇ ਐਸੀ ਸਥਿਤੀ ਬਣਦੀ ਹੈ ਕਿ ਅੱਜ ਸਾਡੀ ਤਾਕਤ ਦੇ ਨਾਲ ਕੋਈ ਸਾਡਾ ਕੰਮ ਜਿਹੜਾ ਹੈ ਉਹ ਹੱਲ ਨਾ ਹੁੰਦਾ ਹੋਵੇ, ਜਿੱਥੇ ਸਾਡੀ ਮਾਇਆ ਜਾਂ ਕਿਸੇ ਪ੍ਰਕਾਰ ਦਾ ਸਰੀਰਕ ਬਲ ਜਿੱਥੇ ਕੰਮ ਨਾ ਆਉਂਦਾ ਹੋਵੇ, ਉੱਥੇ ਬੁੱਧੀ ਤੋਂ ਦਿਮਾਗ ਤੋਂ ਬੁੱਧੀ ਤੋਂ ਕੰਮ ਲੈਣਾ ਚਾਹੀਦਾ ਹੈ। ਕਿਉਂ ਕਈ ਵਾਰ ਐਸਾ ਹੁੰਦਾ ਹੈ, ਕਈ ਕਾਰਜ ਐਸੇ ਹੁੰਦੇ ਹਨ ਜੋ ਮਾਇਆ ਨਾਲ ਸਿੱਧ ਹੋ ਜਾਂਦੇ ਨੇ, ਕਈ ਕਾਰਜ ਐਸੇ ਹੁੰਦੇ ਨੇ ਜੋ ਸਰੀਰਕ ਬਲ ਨਾਲ ਸਿੱਧ ਹੋ ਜਾਂਦੇ ਨੇ ਜਾਂ ਜੋ ਕਿਸੇ ਆਦਮੀ ਦਾ ਸਹਾਰਾ ਲੈਣ ਕਰਕੇ ਸਿੱਧ ਹੋ ਜਾਂਦੇ ਨੇ, ਪਰ ਕਈ ਕਾਰਜ ਐਸੇ ਹੁੰਦੇ ਹਨ ਜਿੱਥੇ ਆਪਣੀ ਦਿਮਾਗ ਦੀ ਵਰਤੋਂ ਕਰਨੀ ਪੈਂਦੀ ਹੈ, ਬੁੱਧੀ ਦੀ ਵਰਤੋਂ ਕੀਤੇ ਬਿਨਾਂ ਉਹ ਕਾਰਜ ਸਿੱਧ ਹੋ ਹੀ ਨਹੀਂ ਸਕਦਾ। ਹੁਣ ਇਸ ਪ੍ਰਸੰਗ ਦੇ ਵਿੱਚ ਵੀ ਇਸੇ ਪ੍ਰਕਾਰ ਵੇਰਵਾ ਆਇਆ ਹੈ। ਉਹ ਰਾਜਾ ਸੀ, ਰਾਜੇ ਕੋਲ ਕੀ ਨਹੀਂ ਸੀ, ਮਾਇਆ ਸੀ,
ਅਨੇਕਾਂ ਪ੍ਰਕਾਰ ਦੇ ਉਸਨੇ ਮੌਲਵੀ ਬੁਲਾਏ ਜਾਂ ਹੋਰ ਅਨੇਕਾਂ ਪ੍ਰਕਾਰ ਦੇ ਉਪਚਾਰ ਵੀ ਕਰਵਾਏ, ਪਰ ਕਿਸੇ ਪ੍ਰਕਾਰ ਦੇ ਉਪਚਾਰ ਨਾਲ ਜਾਂ ਮੌਲਵੀਆਂ ਦੇ ਆਉਣ ਦੇ ਨਾਲ ਜਾਂ ਰਾਜਾ ਆਪਣੀ ਨਿੱਜੀ ਤਾਕਤ ਦੇ ਨਾਲ ਉਸ ਰਾਖਸ਼ ਨੂੰ ਭਜਾ ਨਹੀਂ ਸਕਿਆ, ਡਰਾ ਧਮਕਾ ਨਹੀਂ ਸਕਿਆ, ਪਰ ਆਖਰ ਬੁੱਧੀ ਦੇ ਨਾਲ ਹੀ, ਦਿਮਾਗ ਨੂੰ ਵਰਤ ਕਰਕੇ ਹੀ ਉਸ ਨੂੰ ਖਤਮ ਕੀਤਾ ਗਿਆ। ਸੋ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਇਸ ਪ੍ਰਸੰਗ ਦੇ ਰਾਹੀਂ ਇਹੀ ਮਹਾਨ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਸੋ ਪਿਆਰੀ ਸਾਧ ਸੰਗਤ ਜੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ। ਗੁਰਬਾਣੀ ਦੀਆਂ ਗੁਰਮਤਿ ਵਿਚਾਰਾਂ ਕਰਦਿਆਂ ਹੋਇਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਸਤਿਗੁਰੂ ਸਾਹਿਬ ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ, ਸੋ ਬਖਸ਼ ਲੈਣਾ। ਗੁਰੂ ਸਾਹਿਬ ਜੀ ਅੱਗੇ ਤੋਂ ਸਮਤ ਬਖਸ਼ਣ ਤਾਂ ਕਿ ਸੱਜੇ ਢੰਗ ਦੇ ਨਾਲ ਗੁਰਬਾਣੀ ਦੀਆਂ ਗੁਰਮਤਿ ਵਿਚਾਰਾਂ ਕਰ ਸਕੀਏ। ਸੋ ਅੰਤ ਵਿੱਚ ਬੜੇ ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।